ਸੰਦੀਪ ਵਰਮਾ, ਉਹਨੇ ਪੋਸਟਰ ਜਾਰੀ ਕੀਤਾ ਹੈ, ਉਹਦੀ ਫੋਟੋ ਹੈ ਪੋਸਟਰ ਦੇ ਵਿੱਚ। ਸਾਨੂੰ ਅੰਦਰ ਇੰਟਰਨਲ ਰਿਪੋਰਟ ਆਉਂਦੀ ਹੈ ਕਿ ਉਹ ਕਹਿੰਦਾ ਵੀ ਭਾਵੇਂ ਮੰਡ ਵੀ ਭਾਜੇ ਭਾਵੇਂ ਰੋੜਾ ਵੀ ਭਾਜੇ, ਮੈਂ ਤਾਂ ਟੀ-ਸ਼ਰਟਾਂ ਵੰਡੂ। ਦੇਖੋ ਪ੍ਰਸ਼ਾਸਨ ਕੰਟਰੋਲ ਨਹੀਂ ਕਰ ਰਿਹਾ। ਫਿਰ ਦਾਸ ਨੇ 48 ਘੰਟੇ ਦੇ ਅਲਟੀਮੇਟਮ ਤੇ ਬਚਣਾ ਤੇ ਫੁੱਲ ਚੜਾਉਂਦਿਆਂ ਫਿਰ ਇੱਕ ਵਾਰ ਕੋਸ਼ਿਸ਼ ਯਤਨ ਕੀਤਾ ਕਿ ਜਾਮ ਲਾਇਆ ਜਾਵੇ। ਅਸੀਂ ਜਾਮ ਲਾਇਆ ਦੁਬਾਰਾ, ਫਿਰ ਪ੍ਰਸ਼ਾਸਨ ਆਂਦਾ। ਪ੍ਰਸ਼ਾਸਨ ਪਹਿਲਾਂ ਨਹੀਂ ਆਂਦਾ, ਚੁੰਡੀ ਵੱਡੇ ਤੇ ਆਂਦਾ। ਉਹ ਕਹਿੰਦੇ ਹੁਣ ਇੱਕ ਕਾਲ ਦੇਵਾਂਗੇ ਔਰ ਉਸ ਕਾਲ ਦੇ ਉੱਤੇ ਅਸੀਂ ਮੁਕੰਮਲ ਲੁਧਿਆਣਾ ਜਾਮ ਕਰ ਦਿਆਂਗੇ। ਅਸੀਂ ਸਕੂਟਰ ਮੋਟਰਸਾਈਕਲ ਤੱਕ ਨਹੀਂ ਨਿਕਲਣ ਦਿਆਂਗੇ। ਅਨਿਲ ਅਰੋੜਾ ਹੱਥ ਲੱਗ ਜਾਂਦਾ ਹੈ ਤਾਂ ਕੀ ਹਾਲ ਕੀ ਹੋਏਗਾ ਉਹਦਾ? ਉਹਨੂੰ ਨਰਕਾਂ ਤੱਕ ਛੱਡ ਕੇ ਆਵਾਂਗੇ ਜੀ, ਵਾਅਦਾ ਹੈ ਤੁਹਾਡਾ, ਨਰਕਾਂ ਤੱਕ ਛੱਡ ਕੇ ਆਵਾਂਗੇ। ਮੰਡ ਐਂਡ ਕੰਪਨੀ ਨੇ ਜਿਹੜਾ ਅੱਜ ਟੀ-ਸ਼ਰਟਾਂ ਵੰਡਣ ਦਾ ਐਲਾਨ ਕੀਤਾ ਸੀਗਾ, ਪਹਿਲੀ ਗੱਲ ਤਾਂ ਇਹ ਹੈ ਕਿ ਸੰਨ 84 ਤੋਂ ਲੈ ਕੇ ਅੱਜ ਤੱਕ ਉਹਨੂੰ ਮਾਂ ਯਾਦ ਨਹੀਂ ਆਈ, ਅੱਜ ਤੱਕ ਉਹਦਾ ਸ਼ਹੀਦੀ ਦਿਵਸ ਯਾਦ ਨਹੀਂ ਆਇਆ, ਅੱਜ ਤੱਕ ਉਹਨੇ ਲੰਗਰ ਲਾਉਣ ਦੀ ਗੱਲ ਨਹੀਂ ਕੀਤੀ, ਟੀ-ਸ਼ਰਟਾਂ ਦੀ ਗੱਲ ਨਹੀਂ ਕੀਤੀ। ਅੱਜ ਹੀ ਕਿਉਂ ਕੀਤੀ? ਕਿਉਂਕਿ ਉਹਨੂੰ ਪਤਾ ਹੈ ਸਮਰਾਜ ਚੌਂਕ ਦੇ ਵਿੱਚ ਮੋਰਚਾ ਲੱਗਾ ਹੋਇਆ। ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕਰਦੇ ਨੇ। ਇਹ ਸਿੱਖਾਂ ਦਾ ਘਾਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਗੁਰੂ ਕੀ ਫੌਜ ਹਾਂ, ਨਿਹੰਗ ਸਿੰਘ ਫੌਜ ਹਾਂ, ਅਸੀਂ ਜੰਗੇ ਮੈਦਾਨ ਦੇ ਮਗਰਮੱਛ ਹਾਂ। ਅਸੀਂ ਤੁਹਾਨੂੰ ਆਪਣੇ ਦੰਦਾਂ 'ਚ ਲਾਵਾਂਗੇ। ਸਿਮਰਨ ਸਿੰਘ ਮੰਡ ਵੱਲੋਂ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕੀਤਾ ਗਿਆ ਸੀਗਾ ਤਾਂ ਉਦੋਂ ਬਹੁਤ ਚਰਚਾਵਾਂ ਵਿੱਚ ਛਿੜੀਆਂ ਸੀਗੀਆਂ ਸੋਸ਼ਲ ਮੀਡੀਆ ਤੇ, ਵਿਵਾਦ ਬਹੁਤ ਖੜੇ ਹੋਏ ਸੀ ਕਿ ਪੱਗ ਦੀ ਬੇਅਦਬੀ ਕੀਤੀ ਗਈ। ਇਸ ਤਰ੍ਹਾਂ ਬੁੱਤ ਸਾਫ਼ ਕੀਤਾ। ਉਹ ਇਹ ਬੰਦਾ, ਇਹਨੂੰ ਪੱਗ ਦੀ ਕੋਈ ਇੱਜ਼ਤ ਹੈ? ਜੇ ਇਹਨੂੰ ਪੱਗ ਦੀ ਇੱਜ਼ਤ ਹੋਵੇ, ਮੈਂ ਤੈਨੂੰ ਸਿੱਖੀ ਨਹੀਂ ਗਿਣਦਾ, ਜਿਵੇਂ ਮੈਂ ਇਹਨੂੰ ਹਿੰਦੂ ਨਹੀਂ ਗਿਣਦਾ। ਹੋਰ ਬੇਅਦਬੀ ਕਾਂਡ ਹੋਇਆ ਖੰਨਾ ਦੇ ਵਿੱਚ, ਜਦੋਂ ਜ਼ਿਕਰ ਹੋਇਆ ਕਿ ਇੱਕ ਮਾਤਾ ਵੱਲੋਂ ਗੁਟਕਾ ਸਾਹਿਬ ਦੇ ਕੁਝ ਪੰਨੇ ਪਾੜ ਦਿੱਤੇ ਗਏ ਹਨ, ਤਾਂ ਉਸ ਤੋਂ ਬਾਅਦ ਵੀ ਬੜਾ ਵਿਵਾਦ ਛਿੜਿਆ, ਸੋਸ਼ਲ ਮੀਡੀਆ ਭਰਿਆ ਪਿਆ। ਤਾਂ ਤੁਹਾਨੂੰ ਕੀ ਲੱਗਦਾ ਕਿ ਕਦੋਂ ਬੇਅਦਬੀ ਕਾਂਡਾਂ ਤੇ ਇੱਕ ਠੱਪ ਲੱਗੇਗੀ, ਕਦੋਂ ਰੋਕ ਲੱਗੇਗੀ? ਇਹ ਤਾਂ ਖਾਲਸਾ ਹੀ ਲਾਊਗਾ ਹੁਣ। ਆ ਲੋਕ ਤਨਖਾਹਾਂ ਕਾਹਦੀਆਂ ਤਨਖਾਹਾਂ 'ਚ ਪਏ ਹੋ? ਗੁਰੂ ਦਾ ਲੇਖੇ ਲਾਓ ਜੀਵਨ, ਗੁਰੂ ਸਾਹਿਬ ਦੇ ਵੱਲ ਆਓ, ਪੰਜ ਸਿੰਘਾਂ ਦੀਆਂ ਲਾਓ ਡਿਊਟੀਆਂ। ਦੇਖੋ ਜੇ ਮਜਾਲ ਹੈ, ਕੋਈ ਖੜਕ ਜੇ ਫੜਕ ਜੇ, ਉੱਥੇ ਚਿੜੀ ਵੀ ਫੜਕ ਜੇ, ਇੱਥੇ ਫੜਕ ਕੇ ਦਿਖਾਵੇ ਕੋਈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਨੂਰ ਤਵਨ। ਸਵੇਰ ਦਾ ਮਾਮਲਾ ਹੈ ਜਦੋਂ ਸਮਰਾਲਾ ਚੌਂਕ ਵਿਖੇ, ਲੁਧਿਆਣਾ ਵਿਖੇ ਕਾਲ ਦਿੱਤੀ ਗਈ ਸੀ ਕਿ ਅੱਜ ਇੰਦਰਾ ਗਾਂਧੀ ਦਾ ਬਲੀਦਾਨ ਦਿਵਸ ਹੈ, ਤੁਹਾਨੂੰ ਮਨਾਇਆ ਜਾਏਗਾ। ਗੁਰਸਿਮਰਨ ਸਿੰਘ ਮੰਡ, ਅਮਿਤ ਅਰੋੜਾ ਤੇ ਉਹਨਾਂ ਦੇ ਇੱਕ ਹੋਰ ਸਾਥੀ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਕਿ ਇੰਦਰਾ ਗਾਂਧੀ ਦੇ ਨਾਮ ਦੀਆਂ ਟੀ-ਸ਼ਰਟਾਂ ਉਹਨਾਂ ਨੇ ਵੇਚਣੀਆਂ। ਤਾਂ ਉਸ ਤੋਂ ਬਾਅਦ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ, ਮਾਹੌਲ ਤਣਾਅਪੂਰਨ ਹੋ ਜਾਂਦਾ। ਸਵੇਰ ਦਾ ਨਿਹੰਗ ਜਥੇਬੰਦੀ ਇੱਥੇ ਮੌਜੂਦ ਨੇ। ਕੀ ਮਾਹੌਲ ਹੁੰਦਾ ਸਵੇਰ ਦਾ? ਤੇ ਉਸ ਤੋਂ ਬਾਅਦ ਜਿੱਥੇ ਬੈਠੇ ਹੋਏ ਨੇ ਉਹਨਾਂ ਦਾ ਕੀ ਕਹਿਣਾ ਹੈ, ਕਿਉਂਕਿ ਗੁਰਸਿਮਰਨ ਸਿੰਘ ਮੰਡ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸੋਸ਼ਲ ਮੀਡੀਆ ਤੇ ਵੀ। ਤੇ ਤੁਹਾਡੇ ਤੋਂ ਬਾਬਾ ਜੀ ਪੁੱਛਣਾ ਚਾਹਾਂਗੇ ਕਿ ਸਵੇਰ ਦਾ ਮਾਹੌਲ ਕਿਸ ਤਰ੍ਹਾਂ ਦਾ ਬਣਦਾ ਹੈ? ਅੱਜ ਫਿਰ ਇੱਕ ਵਾਰ ਸਾਨੂੰ ਨਾ ਚਾਹ ਕੇ ਵੀ ਆ ਚੌਂਕ ਫਿਰ ਜਾਮ ਕਰਨਾ ਪਿਆ। ਕਾਰਨ ਇਹ ਹੈ ਕਿ ਪ੍ਰਸ਼ਾਸਨ ਨੂੰ ਅਸੀਂ ਇਹਨੂੰ ਚੁੰਡੀ ਕਹਿੰਦੇ ਆ, ਵੀ ਚੁੰਡੀ ਵੜਦੇ ਆ ਅਸੀਂ, ਤਾਂ ਕਰਕੇ ਉਹ ਤੇਜ਼ ਹੋ ਜਾਂਦਾ ਹੈ। ਜੇ ਉਦੋਂ ਸਭ ਤੋਂ ਪਹਿਲੀ ਵਾਰ ਜਿਹੜਾ ਮੋਰਚਾ ਜਾਮ ਲੱਗਿਆ ਸੀ, ਮੁਕੰਮਲ ਸਮਰਾਲਾ ਚੌਂਕ ਬੰਦ ਹੋਇਆ ਸੀ, ਉਦੋਂ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਸਾਡੇ ਤੋਂ ਆ ਕੇ, ਖਾਲਸੇ ਤੋਂ ਅਲਟੀਮੇਟਮ ਲਿੱਤਾ ਸੀ ਵੀ ਸਾਨੂੰ 48 ਘੰਟੇ ਹੋਰ ਦੇ ਦਿਓ, ਤੁਸੀਂ ਚੱਕ ਲਓ। ਬੇਨਤੀ ਹੈ ਵੀ ਅਸੀਂ ਤੁਹਾਨੂੰ ਬੰਦਾ ਦੇ ਦਿਆਂਗੇ 48 ਵਿਦਿਨ 48 ਆਵਰਸ। ਪਰ ਵਿਦਿਨ 48 ਆਵਰਸ ਨਾ ਹੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ, ਕੋਈ ਜ਼ਿੰਮੇਵਾਰ ਸਾਡੇ ਨਾਲ ਆ ਕੇ ਕੋਈ ਗੱਲ ਕਰਦਾ, ਨਾ ਹੀ ਸਾਡੇ ਨਾਲ ਕੋਈ ਰਾਬਤਾ ਕਾਇਮ ਕਰਦਾ। ਉਸ ਤੋਂ ਬਾਅਦ ਜਦੋਂ ਫਿਰ ਦਾਸ ਨੇ 48 ਘੰਟੇ ਦੇ ਅਲਟੀਮੇਟਮ ਤੇ ਬਚਣਾ ਤੇ ਫੁੱਲ ਚੜਾਉਂਦਿਆਂ ਫਿਰ ਇੱਕ ਵਾਰ ਕੋਸ਼ਿਸ਼ ਯਤਨ ਕੀਤਾ ਕਿ ਜਾਮ ਲਾਇਆ ਜਾਵੇ। ਅਸੀਂ ਜਾਮ ਲਾਇਆ ਦੁਬਾਰਾ, ਫਿਰ ਪ੍ਰਸ਼ਾਸਨ ਆਂਦਾ। ਪ੍ਰਸ਼ਾਸਨ ਪਹਿਲਾਂ ਨਹੀਂ ਆਂਦਾ, ਚੁੰਡੀ ਵੱਡੇ ਤੇ ਆਂਦਾ। ਹੁਣ ਅੱਜ ਫਿਰ ਅਸੀਂ ਜਾਮ ਲਾਇਆ, ਪਰ ਅਸੀਂ ਬੇਨਤੀਆਂ ਕਰਦੇ ਹਾਂ ਵੀ ਇਹ ਵੀ ਹੁਣ ਅਸੀਂ ਸੰਗਤ ਹੈ ਨਾ ਜਿਹੜੀ, ਉਹ ਗੁੱਸਾ ਕਰਦੀ ਹੈ ਵੀ ਤੁਸੀਂ ਅੱਧੇ ਘੰਟੇ ਲਈ ਬਹਿ ਜਾਂਦੇ ਹੋ, ਉੱਠ ਜਾਂਦੇ ਹੋ, ਬਹਿ ਜਾਂਦੇ ਹੋ, ਉੱਠ ਜਾਂਦੇ ਹੋ। ਉਹ ਕਹਿੰਦੇ ਹੁਣ ਇੱਕ ਕਾਲ ਦੇਵਾਂਗੇ ਔਰ ਉਸ ਕਾਲ ਦੇ ਉੱਤੇ ਅਸੀਂ ਮੁਕੰਮਲ ਲੁਧਿਆਣਾ ਜਾਮ ਕਰ ਦਿਆਂਗੇ। ਅਸੀਂ ਸਕੂਟਰ ਮੋਟਰਸਾਈਕਲ ਤੱਕ ਨਹੀਂ ਨਿਕਲਣ ਦਿਆਂਗੇ। ਫਿਰ ਉਹ ਪੱਕਾ ਮੋਰਚਾ ਲੱਗ ਜਾਣਾ ਹੈ। ਬੇਨਤੀ ਪ੍ਰਵਾਨ ਕਰੋ, ਜਲਦ ਤੋਂ ਜਲਦ ਅਨਿਲ ਅਰੋੜੇ ਵਰਗੇ ਦੁਸ਼ਟ ਦੀ ਤੁਸੀਂ ਗ੍ਰਿਫਤਾਰੀ ਪਾਓ ਜੀ। ਤੇ ਉਸ ਤੋਂ ਬਾਅਦ ਅੱਜ ਗੁਰਸਿਮਰਨ ਸਿੰਘ ਮੰਡ ਵਾਲਾ ਜੋ ਐਪੀਸੋਡ ਹੁੰਦੇ ਆ, ਜੋ ਘਟਨਾ ਹੁੰਦੀ ਹੈ, ਕਿਉਂਕਿ ਉਸ ਤੋਂ ਬਾਅਦ ਉਹ ਕੈਂਸਲ ਕਰ ਦਿੱਤਾ, ਪ੍ਰੋਗਰਾਮ ਰੱਦ ਕਰ ਦਿੱਤਾ ਜਾਂਦਾ ਹੈ। ਤੁਸੀਂ ਮੈਨੂੰ ਉਹਨਾਂ ਬਾਰੇ ਪਹਿਲਾਂ ਦੱਸੋ। ਅੱਜ ਕਹਿੰਦੇ ਕਿਸੇ ਦੀ ਗ੍ਰਿਫਤਾਰੀਆਂ ਪਈਆਂ, ਉਹਨਾਂ ਚੋਂ ਕਿਸੇ ਦੀ ਪਈ ਹੈ ਗ੍ਰਿਫਤਾਰੀ? ਨਹੀਂ, ਹਾਲੇ ਤੱਕ ਸੁਣਨ ਚ ਆਇਆ ਸੀ ਵੀ ਮੰਡ ਦੀ ਜਾਂ ਕਿਸੇ ਦੀ ਗ੍ਰਿਫਤਾਰੀ ਪਈ ਹੈ। ਪਰ ਮੈਂ ਦੱਸਣਾ ਚਾਹੁੰਦਾ, ਤਾਜਪੁਰ ਰੋਡ ਤੇ ਇੱਕ ਵਰਮਾ ਨਾਂ ਦਾ ਬੰਦਾ ਹੈ, ਸੰਦੀਪ ਵਰਮਾ, ਉਹਨੇ ਪੋਸਟਰ ਜਾਰੀ ਕੀਤਾ ਹੈ, ਉਹਦੀ ਫੋਟੋ ਹੈ ਪੋਸਟਰ ਦੇ ਵਿੱਚ। ਸਾਨੂੰ ਅੰਦਰ ਇੰਟਰਨਲ ਰਿਪੋਰਟ ਆਉਂਦੀ ਹੈ ਕਿ ਉਹ ਕਹਿੰਦਾ ਵੀ ਭਾਵੇਂ ਮੰਡ ਵੀ ਭਾਜੇ ਭਾਵੇਂ ਰੋੜਾ ਵੀ ਭਾਜੇ, ਮੈਂ ਤਾਂ ਟੀ-ਸ਼ਰਟਾਂ ਵੰਡੂ।
ਦੇਖੋ ਪ੍ਰਸ਼ਾਸਨ ਕੰਟਰੋਲ ਨਹੀਂ ਕਰ ਰਿਹਾ। ਜੇ ਤੁਸੀਂ ਕਹੋ ਨਾ ਪ੍ਰਸ਼ਾਸਨ ਕੁਝ ਕਰ ਰਿਹਾ, ਪ੍ਰਸ਼ਾਸਨ ਤਾਂ ਉਹਨੂੰ ਬਚਾਉਣ ਦਾ ਯਤਨ ਹੀ ਕਰ ਰਿਹਾ ਹਾਲੇ ਤੱਕ ਸੈਂਟਰ ਦੇ ਪ੍ਰੈਸ਼ਰ ਦੇ ਅਧੀਨ ਜੀ। ਮਤਲਬ ਹੁਣ ਨਿਹੰਗ ਜਥੇਬੰਦੀਆਂ ਨੇ ਵਾਰਨਿੰਗ ਦੇ ਦਿੱਤੀ ਹੈ ਪ੍ਰਸ਼ਾਸਨ ਨੂੰ। ਯੈਸ, ਦੇਣੀ ਪੈਣੀ ਹੈ ਜੀ। ਹੋਰ ਕਰੀਏ ਕੀ ਦੱਸੋ? ਬੈਠੇ ਆ, ਇਹਨਾਂ ਨੂੰ ਕੋਈ ਪ੍ਰਭਾਵ, ਬੈਠੇ ਰਹੋ। ਕਿੰਨਾ ਚਿਰ ਉਹ ਕਿਸਾਨ ਬੈਠੇ ਨਹੀਂ 10 ਸਾਲ ਦੇ, ਵਾਹਿਗੁਰੂ 10 ਮਹੀਨਿਆਂ ਦੇ ਸਾਲ ਹੋ ਗਏ ਉਹਨਾਂ ਨੂੰ ਬੈਠੇ ਨੂੰ। ਹੁਣ 10 ਸਾਲ ਵੀ ਬੈਠੇ ਰਹਿਣ, ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਇਨਸਾਫ ਦੇਣਗੇ? ਕਿੰਨੀਆਂ ਮੌਤਾਂ ਹੋ ਗਈਆਂ, ਕਿੰਨੇ ਸ਼ਹੀਦ ਹੋ ਗਏ ਦੱਸੋ? ਕਦੀ ਟਰੱਕ ਚਾੜ ਦਿੰਦੇ ਨੇ, ਕਦੀ ਗੱਡੀ ਚਾੜ ਦਿੰਦੇ ਨੇ। ਉਹ ਸਿੱਖ ਨੇ, ਗੁਰੂ ਦੇ, ਪੰਜਾਬ ਦੇ ਵਾਸੀ ਨੇ। ਇਹ ਸਿੱਖਾਂ ਦਾ ਘਾਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਗੁਰੂ ਕੀ ਫੌਜ ਹਾਂ, ਨਿਹੰਗ ਸਿੰਘ ਫੌਜ ਹਾਂ। ਅਸੀਂ ਜੰਗੇ ਮੈਦਾਨ ਦੇ ਮਗਰਮੱਛ ਹਾਂ। ਅਸੀਂ ਤੁਹਾਨੂੰ ਆਪਣੇ ਦੰਦਾਂ 'ਚ ਲਾਵਾਂਗੇ। ਜਦੋਂ ਗੁਰਸਿਮਰਨ ਸਿੰਘ ਮੰਡ ਵੱਲੋਂ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕੀਤਾ ਗਿਆ ਸੀਗਾ ਤਾਂ ਉਦੋਂ ਬਹੁਤ ਚਰਚਾਵਾਂ ਵਿੱਚ ਛਿੜੀਆਂ ਸੀਗੀਆਂ ਸੋਸ਼ਲ ਮੀਡੀਆ ਤੇ, ਵਿਵਾਦ ਬਹੁਤ ਖੜੇ ਹੋਏ ਸੀ ਕਿ ਪੱਗ ਦੀ ਬੇਅਦਬੀ ਕੀਤੀ ਗਈ, ਇਸ ਤਰ੍ਹਾਂ ਬੁੱਤ ਸਾਫ਼ ਕੀਤਾ ਗਿਆ। ਉਹ ਇਹ ਬੰਦਾ, ਇਹਨੂੰ ਪੱਗ ਦੀ ਕੋਈ ਇੱਜ਼ਤ ਹੈ? ਜੇ ਇਹਨੂੰ ਪੱਗ ਦੀ ਇੱਜ਼ਤ ਹੋਵੇ, ਮੈਂ ਤੈਨੂੰ ਸਿੱਖੀ ਨਹੀਂ ਗਿਣਦਾ, ਜਿਵੇਂ ਮੈਂ ਇਹਨੂੰ ਹਿੰਦੂ ਨਹੀਂ ਗਿਣਦਾ। ਇਹ ਹਿੰਦੂ ਨਹੀਂ ਹੈ, ਉਹ ਸਿੱਖ ਨਹੀਂ ਹੈ। ਜਿਹੜੇ ਲੋਕ ਚਾਹੇ ਸਿੱਖ ਹੋਣ, ਹਿੰਦੂ ਹੋਣ, ਕ੍ਰਿਸਚਨ ਹੋਣ, ਐਨੀ ਰਿਲੀਜੀਅਨ ਤੋਂ ਬਿਲੋਂਗ ਕਰਦੇ ਹੋਣ, ਉਹ ਜੇ ਫਿਰਕਾ ਪ੍ਰਸਤੀ ਕਰਕੇ ਆਪਸੀ ਪਾੜ ਪਾ ਰਹੇ ਆ ਸਮਾਜ 'ਚ ਨਾ, ਦੈਨ ਉਹਨਾਂ ਨੂੰ ਰਿਲੀਜਨ 'ਚੋਂ ਬਾਹਰ ਕੱਢੋ। ਇਹੀ ਆਪਣੀ ਬੇਨਤੀ ਹੈ ਜੀ। ਬੇਅਦਬੀ ਦੇ ਬੜੇ ਸੇ ਮਾਮਲੇ ਹੁੰਦੇ ਨੇ, ਨਿਹੰਗ ਜਥੇਬੰਦੀਆਂ ਨੇ ਕਿਹਾ ਸੀ ਹੁਣ ਅਸੀਂ ਅੱਗੇ ਆਇਆ ਕਰਾਂਗੇ, ਬੇਅਦਬੀ ਰੋਕਿਆ ਕਰਾਂਗੇ, ਕਿਉਂਕਿ ਲਗਾਤਾਰ ਮਾਮਲੇ ਕੋਟਕਪੁਰਾ ਬੇਅਦਬੀ ਕਾਂਡ ਲੈ ਲਓ, ਹੁਣ ਲਗਾਤਾਰ ਇੱਕ ਹੋਰ ਬੇਅਦਬੀ ਕਾਂਡ ਹੋਇਆ ਖੰਨਾ ਦੇ ਵਿੱਚ, ਜਦੋਂ ਜ਼ਿਕਰ ਹੋਇਆ ਕਿ ਇੱਕ ਮਾਤਾ ਵੱਲੋਂ ਗੁਟਕਾ ਸਾਹਿਬ ਦੇ ਕੁਝ ਪੰਨੇ ਪਾੜ ਦਿੱਤੇ ਗਏ ਹਨ। ਤਾਂ ਉਸ ਤੋਂ ਬਾਅਦ ਵੀ ਬੜਾ ਵਿਵਾਦ ਛਿੜਿਆ, ਸੋਸ਼ਲ ਮੀਡੀਆ ਭਰਿਆ ਪਿਆ। ਤਾਂ ਤੁਹਾਨੂੰ ਕੀ ਲੱਗਦਾ ਕਿ ਕਦੋਂ ਬੇਅਦਬੀ ਕਾਂਡਾਂ ਤੇ ਇੱਕ ਠੱਪ ਲੱਗੇਗੀ, ਕਦੋਂ ਰੋਕ ਲੱਗੇਗੀ? ਇਹ ਤਾਂ ਖਾਲਸਾ ਹੀ ਲਾਊਗਾ ਹੁਣ। ਜਦ ਤੱਕ ਤੁਸੀਂ ਨਿਹੰਗ ਸਿੰਘ ਫੌਜੋ 5-5 ਜਾਣੇ ਗੁਰੂ ਘਰ ਦੇ ਵਿੱਚ ਪਹਿਰਾ ਨਹੀਂ ਨਾ ਦਿੰਦੇ ਪੱਕੇ ਤੌਰ ਤੇ, ਡਿਊਟੀਆਂ ਬੰਨ ਲਓ ਨਾ। ਲੋਕ ਤਨਖਾਹਾਂ ਕਾਹਦੀਆਂ ਤਨਖਾਹਾਂ 'ਚ ਪਏ ਹੋ? ਗੁਰੂ ਦਾ ਲੇਖੇ ਲਾਓ ਜੀਵਨ, ਗੁਰੂ ਸਾਹਿਬ ਦੇ ਵੱਲ ਲਾਓ। 5-5 ਸਿੰਘਾਂ ਦੀਆਂ ਲਾਓ ਡਿਊਟੀਆਂ। ਦੇਖੋ ਜੇ ਮਜਾਲ ਹੈ, ਕੋਈ ਖੜਕ ਜੇ ਫੜਕ ਜੇ, ਉੱਥੇ ਚਿੜੀ ਵੀ ਫੜਕ ਜੇ, ਇੱਥੇ ਫੜਕ ਕੇ ਦਿਖਾਵੇ, ਕੋਈ ਨਹੀਂ ਫੜਕ ਸਕਦੀ। ਅਨਿਲ ਅਰੋੜਾ ਦੇ ਕਾਂਡ ਦੀ ਗੱਲ ਕਰ ਲੈਂਦੇ ਆ, ਜਿਹੜੀ ਪੱਤੀ ਸ਼ਬਦਾਵਲੀ ਗੁਰੂ ਨਾਨਕ ਜੀ ਦੇ ਖਿਲਾਫ ਉਹਨਾਂ ਦੀ ਵਰਤੀ ਗਈ ਹੈ, ਤਾਂ ਲਗਾਤਾਰ ਇੱਥੇ ਮੋਰਚਾ ਜਾਰੀ ਹੈ। ਕੀ ਲੱਗਦਾ ਹੈ ਕਿ ਕਿੰਨਾ ਅੱਗੇ ਚਲਾ ਗਿਆ? ਕੋਈ ਪ੍ਰਸ਼ਾਸਨ ਕਦਮ ਉਠਾ ਰਿਹਾ, ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਪ੍ਰਸ਼ਾਸਨ ਤਾਂ ਉਹਨਾਂ ਦੀ ਮਦਦ ਕਰ ਰਿਹਾ ਜੀ। ਮੈਂ ਤਾਂ ਸਾਫ਼ ਤੌਰ ਤੇ ਕਹਿਦਾ, ਬੰਦਾ ਹੈ ਹੀ ਇਹਨਾਂ ਕੋਲ, ਛੇਤੀ ਦੇ ਦੇਣ, ਚੰਗੀ ਗੱਲ ਹੈ। ਜੇ ਰੱਖਣਾ ਰੱਖੀ ਰੱਖਣ। ਆਪਾਂ ਤਾਂ ਫਿਰ ਮੋਰਚਾ ਫਿਰ ਤੁਹਾਡੇ ਤੋਂ ਸਾਹਮਣਾ ਔਖਾ ਹੋ ਜਾਣਾ। ਜਿੰਨੀ ਦੇਰ ਤੁਸੀਂ ਕਰੋਗੇ, ਤੁਹਾਨੂੰ ਵੀ ਪਤਾ, ਤੁਸੀਂ ਵੀ ਸਿਆਣੇ ਹੋ, ਮੋਰਚਾ ਪ੍ਰਬਲ ਹੋ ਜਾਣਾ। ਪ੍ਰਬਲ ਹੋ ਗਿਆ ਫਿਰ ਸਾਹਮਣਾ ਔਖਾ ਹੋ ਜਾਣਾ। ਇਸ ਤੋਂ ਪਹਿਲਾਂ ਨੱਥ ਪਾਓ। ਜੇ ਅਨਿਲ ਅਰੋੜਾ ਹੱਥ ਲੱਗ ਜਾਂਦਾ ਹੈ ਤਾਂ ਕੀ ਹਾਲ ਕੀ ਹੋਏਗਾ ਉਹਨਾਂ? ਇਹ ਮਹਾਰਾਜ ਜਾਣਦੇ ਨੇ, ਇਹ ਮਹਾਰਾਜ ਜਾਣਦੇ ਨੇ, ਉਹੀ ਕਰਾਉਣਗੇ ਜੀ। ਕਿਉਂਕਿ ਗੁੱਸਾ ਹਰ ਇੱਕ ਦੇ ਦਿਲ 'ਚ ਬਹੁਤ ਜਾਗਿਆ ਹੋਇਆ ਇਸ ਵਕਤ। ਉਹਨੂੰ ਨਰਕਾਂ ਤੱਕ ਛੱਡ ਕੇ ਆਵਾਂਗੇ ਜੀ, ਇਹ ਵਾਅਦਾ ਹੈ ਤੁਹਾਡਾ। ਨਰਕਾਂ ਤੱਕ ਛੱਡ ਕੇ ਆਵਾਂਗੇ। ਤਾਂ ਹੁਣ ਮੋਰਚਾ ਇਦਾਂ ਹੀ ਲਗਾਤਾਰ ਬਣਿਆ ਰਹੇਗਾ ਅਣਮਿੱਥੇ ਸਮੇਂ ਲਈ, ਜਦ ਤੱਕ ਤੁਸੀਂ ਉਹਦੀ ਗ੍ਰਿਫਤਾਰੀ ਨਹੀਂ ਪਾ ਦਿੰਦੇ। ਬਹੁਤ ਬਹੁਤ ਸ਼ੁਕਰੀਆ ਬਾਬਾ ਜੀ, ਆਪਣਾ ਸਮੇਂ ਕੱਢਣ ਲਈ, ਡੇਲੀ ਪੋਸਟ ਦੇ ਦਰਸ਼ਕਾਂ ਨਾਲ ਰੂਬਰੂ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰਸਿਮਰਨ ਮੰਦ ਦਾ ਵਿਸ਼ਾ ਹੈ ਬੜਾ ਪੱਖਿਆ, ਤੇ ਕੀ ਮਾਹੌਲ ਕੀ ਬਣਿਆ ਉਸ ਵਕਤ, ਕਿ ਕਿਵੇਂ ਫਿਰ ਜਾਮ ਕੀਤਾ ਗਿਆ ਤੇ ਬਾਅਦ ਚੋਂ ਕੀ ਹੁੰਦਾ ਹੈ? ਮੰਡ ਐਂਡ ਕੰਪਨੀ ਨੇ ਜਿਹੜਾ ਅੱਜ ਟੀ-ਸ਼ਰਟਾਂ ਵੰਡਣ ਦਾ ਐਲਾਨ ਕੀਤਾ ਸੀਗਾ, ਪਹਿਲੀ ਗੱਲ ਤਾਂ ਇਹ ਹੈ ਕਿ ਸੰਨ 84 ਤੋਂ ਲੈ ਕੇ ਅੱਜ ਤੱਕ ਉਹਨੂੰ ਮਾਂ ਯਾਦ ਨਹੀਂ ਆਈ, ਅੱਜ ਤੱਕ ਉਹਦਾ ਸ਼ਹੀਦੀ ਦਿਵਸ ਯਾਦ ਨਹੀਂ ਆਇਆ, ਅੱਜ ਤੱਕ ਉਹਨੇ ਲੰਗਰ ਲਾਉਣ ਦੀ ਗੱਲ ਨਹੀਂ ਕੀਤੀ, ਟੀ-ਸ਼ਰਟਾਂ ਦੀ ਗੱਲ ਨਹੀਂ ਕੀਤੀ। ਅੱਜ ਹੀ ਕਿਉਂ ਕੀਤੀ? ਕਿਉਂਕਿ ਉਹਨੂੰ ਪਤਾ ਹੈ ਸਮਰਾਜ ਚੌਂਕ ਦੇ ਵਿੱਚ ਮੋਰਚਾ ਲੱਗਾ ਹੋਇਆ। ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕਰਦੇ ਨੇ। ਜਿਸ ਦਿਨ ਅਸੀਂ 20 ਤਰੀਕ ਨੂੰ ਪਰਚਾ ਦਰਜ ਕਰਾਇਆ ਸੀਗਾ, ਅਗਲੇ ਦਿਨ ਸਵੇਰੇ ਅਸੀਂ ਸੀਪੀ ਸਾਹਿਬ ਨੂੰ ਮਿਲਣ ਗਏ ਸੀ। ਉੱਥੇ ਵੀ ਅਮਿਤ ਅਰੋੜਾ ਤੇ ਮੰਡ ਦੋਨੋਂ ਪਹੁੰਚੇ ਸੀ। ਸਾਨੂੰ ਨਹੀਂ ਪਤਾ ਕਿਸ ਕੰਮ ਆਏ ਸੀ, ਸਾਨੂੰ ਨਹੀਂ ਪਤਾ ਕਿਸ ਮਨਸ਼ਾ ਨਾਲ ਆਏ ਸੀ, ਲੇਕਿਨ ਉੱਥੇ ਵੀ ਮਾਹੌਲ ਖਰਾਬ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਸੀ। ਦੂਸਰੀ ਗੱਲ ਇਹ ਕਿ ਇਹਦੇ ਬਾਰੇ ਪਰਸੋਂ ਸਾਡੀ ਸੀਪੀ ਸਾਹਿਬ ਨਾਲ ਮੀਟਿੰਗ ਸੀਗੀ, ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਇਸ ਅਨਿਲ ਅਰੋੜਾ ਦੇ ਮਸਲੇ 'ਚ, ਤੇ ਉੱਥੇ ਅਸੀਂ ਸੀਪੀ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ 31 ਅਕਤੂਬਰ ਨੂੰ ਮੰਡ ਐਂਡ ਕੰਪਨੀ ਕਹਿੰਦੇ ਨੇ ਵੀ ਅਸੀਂ ਟੀ-ਸ਼ਰਟਾਂ ਵੰਡਾਂਗੇ, ਤੇ ਜੇ ਉਹ ਟੀ-ਸ਼ਰਟਾਂ ਵੰਡਾਂਗੇ ਫਿਰ ਜਥੇਬੰਦੀ ਵੀ ਇਤਰਾਜ਼ ਕਰਨਗੀਆਂ। ਜਿਹੜੇ ਸਾਡੇ ਨਾਲ ਸਿੰਘ ਗਏ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਥੇਬੰਦੀ ਇਤਰਾਜ਼ ਕਰਨਗੇ, ਕੱਲ੍ਹ ਨੂੰ ਜਾ ਕੇ ਪ੍ਰੋਟੈਸਟ ਕਰੇ, ਫਿਰ ਮਾਹੌਲ ਖਰਾਬ ਹੋਏਗਾ, ਫਿਰ ਨਾ ਕਹਿਣਾ ਤੁਹਾਨੂੰ ਦੱਸਿਆ ਨਹੀਂ। ਤੇ ਸੀਪੀ ਸਾਹਿਬ ਨੇ ਪੂਰਾ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਇਹ ਕਿਸੇ ਦੀ ਕੀਮਤ ਨਹੀਂ ਹੋਣ ਦੇਵਾਂਗੇ, ਤੇ ਜਦੋਂ ਇਹ ਟਾਈਮ ਆਏਗਾ ਉਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਰਾਉਂਡ ਅਪ ਕਰ ਲਾਂਗੇ। ਤੇ ਉਹਨਾਂ ਨੇ ਕੱਲ੍ਹ ਰਾਤ ਨੂੰ ਹੀ, ਜੋ ਸਾਨੂੰ ਪ੍ਰਸ਼ਾਸਨ ਨੇ ਦੱਸਿਆ, ਉਹਨਾਂ ਨੇ ਕੱਲ੍ਹ ਰਾਤ ਨੂੰ ਹੀ ਮੰਡ ਨੂੰ ਅਮਿਤ ਅਰੋੜਾ ਦੋਨਾਂ ਨੂੰ ਜਿਹੜਾ ਹੈ ਨਜ਼ਰਬੰਦ ਕਰ ਦਿੱਤਾ ਸੀ ਘਰ ਦੇ ਵਿੱਚ। ਔਰ ਜਿਹੜਾ ਸੰਦੀਪ ਵਰਮਾ ਹੈ ਤੀਜਾ, ਉਹਦੇ ਬਾਰੇ ਸਾਨੂੰ ਕੱਲ੍ਹ ਕਿਸੇ ਨੇ ਸੰਗਤ 'ਚ ਆ ਕੇ ਦੱਸਿਆ ਸੀ ਕਿ ਜੇ ਮੰਡ ਦੇ ਅਮਿਤ ਅਰੋੜਾ ਨਹੀਂ ਵੀ ਵੰਡਣਗੇ ਤਾਂ ਮੈਂ ਇਕੱਲਾ ਵੰਡਾਂਗਾ। ਤਾਂ ਕਰਕੇ ਸਾਡੇ ਸਿੰਘ ਸਾਹਿਬ ਭਾਈ ਦਮਨ ਸਿੰਘ ਜੀ ਨੇ ਗੱਲ ਕਹੀ ਸੀ, ਸੰਦੀਪ ਵਰਮਾ ਦਾ ਨਾਂ ਲਿੱਤਾ ਸੀਗਾ। ਸੰਦੀਪ ਵਰਮਾ ਨੂੰ ਵੀ ਜਿਹੜਾ ਹੈ ਉਹ ਥਾਣੇ ਬੁਲਾ ਕੇ ਬਿਠਾ ਦਿੱਤਾ ਗਿਆ ਸੀਗਾ। ਅਗਲੀ ਗੱਲ ਇਹ ਹੈਗੀ ਕਿ ਇਹ ਅਗਰ ਵੰਡਦੇ ਔਰ ਉਹਦਾ ਪ੍ਰੋਟੈਸਟ ਜਿਹੜਾ ਕਰਨਾ ਸੀਗਾ, ਜਿਹੜੀ ਜਥੇਬੰਦੀ ਨੇ ਕਾਲ ਕੀਤੀ ਸੀ ਕਿ ਸਵੇਰੇ 10:30 ਅਸੀਂ ਆ ਕੇ ਇੱਥੇ ਇਹਨਾਂ ਨੂੰ ਪ੍ਰੋਟੈਸਟ ਕਰਾਂਗੇ ਜੇ ਉਹ ਸਮਰਾਜ ਚੌਂਕ ਆਉਂਦੀ ਹੈ,
ਤਾਂ ਉਹ ਜਥੇਬੰਦੀਆਂ ਦੀ ਕਾਲ ਸੀਗੀ ਸਾਡੇ ਗੁਰੂ ਨਾਨਕ ਨਾਮ ਲੇਵਾ ਸੰਗਤ ਜਾਂ ਇਸ ਮੋਰਚੇ ਤੋਂ ਉਹ ਕਾਲ ਨਹੀਂ ਸੀ, ਲੇਕਿਨ ਹਾਂ ਸਾਡਾ ਸਮਰਥਨ ਜ਼ਰੂਰ ਸੀ ਕਿ ਇਸ ਚੌਂਕ ਦੇ ਵਿੱਚ ਜਾਂ ਇਸ ਦਿਨ ਇਸ ਦੇ ਦੌਰਾਨ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਤੇ ਤੁਹਾਨੂੰ ਲੱਗਦਾ ਕਿ ਜਿਹੜਾ ਅਸਲ ਮੁੱਦਾ ਹੈ ਉਹ ਤੋਂ ਧਿਆਨ ਭਟਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ, ਜਿਹੇ ਪੋਸਟਰਸ ਵਾਇਰਲ ਕਰਕੇ ਜੇਕਰ ਇਹ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਅਸਲ ਮੁੱਦਾ ਜਿਹਦੇ ਕਰਕੇ ਨਿਹੰਗ ਜਥੇਬੰਦੀਆਂ ਇਕੱਠੇ ਹੋ ਜਿੱਤੇ ਕਰਕੇ ਲੋਕ ਇੱਥੇ ਮੋਰਚਾ ਲਗਾ ਕੇ ਬੈਠੇ ਪ੍ਰੋਟੈਸਟ ਕੀਤੇ ਜਾ ਰਹੇ ਤਾਂ ਉੱਥੋਂ ਧਿਆਨ ਭਟਕਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਦਾਂ ਦੀ ਗੱਲਾਂ 20 ਤਰੀਕ ਤੋਂ ਹੀ ਸ਼ੁਰੂ ਹੋ ਚੁੱਕੀਆਂ ਨੇ, ਧਿਆਨ ਭਟਕਾਉਣ ਵਾਲੀਆਂ, ਕੰਟਰੋਵਰਸ਼ਲ ਜਾਂ ਕੁਝ ਹੋਰ, ਤੇ ਇਹ ਲਗਾਤਾਰ ਹੋ ਰਹੀਆਂ ਨੇ। ਕੋਈ ਅੱਜ ਨਹੀਂ, ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈਆਂ ਸੀ ਜਦੋਂ ਹੱਲੇ ਪਰਚਾ ਦਰਜ ਨਹੀਂ ਹੋਇਆ ਸੀ, ਉਦੋਂ ਹੀ ਇਹਦੇ ਨੀਅਰਸ ਐਂਡ ਡੀਅਰਸ ਜਿਹੜੇ ਆ ਉਹ ਕਾਲ ਕਰਨ ਲੱਗੇ ਸੀ ਇੱਥੇ ਆ ਕੇ ਵੀ ਕੰਪਰੋਮਾਈਜ਼ ਵਾਸਤੇ। ਜਦ ਕਿ ਅਸੀਂ ਪਰਚਾ ਦਰਜ ਜੋ ਕਰਾ ਦਿੱਤਾ, ਉਸ ਸਵਾ 10 ਵਜੇ ਰਾਤੀ ਸਾਨੂੰ ਪਤਾ ਲੱਗਿਆ ਉਹਨੇ ਫੋਨ ਸਵਿਚ ਆਫ ਕਰਤਾ। ਅਗਲੇ ਦਿਨ ਉਹ ਬੰਦਾ ਆ ਕੇ ਥਾਣੇ ਦੇ ਵਿੱਚ ਬਿਆਨ ਦੇ ਕੇ ਗਿਆ, ਇਹਦਾ ਦੋਸਤ ਜਿਹੜਾ ਸੀ ਜਿਹਦੇ ਨਾਲ ਲਾਸਟ ਟਾਈਮ ਤੱਕ ਉਹਦੀ ਮਤਲਬ ਟੱਚ ਵਿੱਚ ਸੀਗਾ, ਤੇ ਉਹਨੇ ਕਿਹਾ ਕਿ ਹਾਂ ਮੇਰੀ ਗੱਲ ਇੰਨੀ ਦੇਰ ਤੱਕ ਹੁੰਦੀ ਰਹੀ ਹੈ, ਇੰਨੇ ਟਾਈਮ ਤੱਕ ਹੁੰਦੀ ਰਹੀ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿੱਥੇ ਸਵਿਚ ਆਫ ਕਰਕੇ ਚਲਾ ਗਿਆ। ਤਾਂ ਇਹ ਜਿਹੜੀ ਗੱਲ ਹੈਗੀ ਹੈ ਪਹਿਲੇ ਦਿਨ ਤੋਂ ਸ਼ੁਰੂ ਹੋਈ ਹੋਈ ਕੰਟਰੋਵਰਸੀ, ਤਾਂ ਪਹਿਲੇ ਦਿਨ ਤੋਂ ਇਹ ਇਸ ਤਰ੍ਹਾਂ ਚੀਜ਼ਾਂ ਸ਼ੁਰੂ ਹੋ ਚੁੱਕੀਆਂ ਜੀ। ਗਲਤ ਰਣਨੀਤੀ ਅਪਣਾ ਰਿਹਾ, ਪਰ ਇਹ ਵੀ ਤੁਹਾਨੂੰ ਪੁੱਛਣਾ ਚਾਹਾਂਗੀ ਜੇਕਰ ਅੱਜ ਆ ਕੇ ਉਹ ਸਮਾਗਮ ਕਰ ਦਿੰਦੇ, ਆਪਣਾ ਪ੍ਰੋਗਰਾਮ ਕਰ ਦਿੰਦੇ ਵੱਡਣ ਦਾ, ਤਾਂ ਮਾਹੌਲ ਕਿਸ ਤਰ੍ਹਾਂ ਦਾ ਬਣ ਸਕਦਾ ਸੀ? ਦੇਖੋ ਜਥੇਬੰਦੀਆਂ ਨੇ ਕਾਲ ਕੀਤੀ ਸੀ, ਇਹ ਉਹਨਾਂ ਦੇ ਡਿਪੈਂਡ ਉਹਨਾਂ ਨੇ ਕੀ ਕਰਨਾ ਸੀਗਾ, ਤੇ ਬਾਕੀ ਉਹਦੇ ਤੇ ਪ੍ਰਸ਼ਾਸਨ ਨੇ ਕੋਈ ਐਕਸ਼ਨ ਜਾਂ ਰਿਐਕਸ਼ਨ ਲੈਣਾ ਸੀ, ਇਹ ਉਹਨਾਂ ਨੇ ਦੇਖਣਾ ਸੀ। ਇੱਦਾਂ ਦਾ ਕੁਝ ਹੋਇਆ ਨਹੀਂ, ਇਸ ਕਰਕੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਉਹ ਨਿਹੰਗ ਜਥੇਬੰਦੀਆਂ ਵੱਲੋਂ ਵੀ ਵਾਰਨਿੰਗ ਦੇ ਦਿੱਤੀ ਗਈ ਹੈ ਕਿ ਜੇਕਰ ਅਨਿਲ ਅਰੋੜਾ ਛੇਤੀ ਤੋਂ ਛੇਤੀ ਨਹੀਂ ਫੜਾਇਆ ਜਾਂਦਾ ਤਾਂ ਲੁਧਿਆਣਾ 'ਚ ਪੂਰਾ ਜਾਮ ਕਰ ਦਿੱਤਾ ਜਾਏਗਾ। ਉਹਦੇ ਬਾਰੇ ਹੱਲੇ ਅਸੀਂ ਆਪਣੀ ਕਮੇਟੀ ਜਿਹੜੀ ਹੈਗੀ ਉਹਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ, ਤੇ ਅਗਲਾ ਜੋ ਵੀ ਕਦਮ ਹੋਏਗਾ ਉਹ ਸਾਰੀ ਮੀਡੀਆ ਨੂੰ ਦੱਸ ਕੇ ਪਹਿਲਾਂ ਕਾਲ ਕਰਕੇ ਉਸ ਤੋਂ ਬਾਅਦ ਕਰਾਂਗੇ। ਤੇ ਜਿਹੜਾ ਤੁਹਾਡਾ ਸਵਾਲ ਵਿੱਚ ਰਹਿ ਗਿਆ ਕਿ ਜਿਹੜੀ ਸਵੇਰ ਦੀ ਕਾਲ ਸੀਗੀ ਜਿਹੜੀ ਮੰਡ ਵਾਲੀ ਜਿਹੜੀ ਦਿੱਤੀ ਸੀਗੀ, ਉਹ 10:30 ਵਜੇ ਦਾ ਟਾਈਮ ਸੀਗਾ, 11:30 ਦਾ ਟਾਈਮ ਸੀ। ਜਥੇਬੰਦੀ ਨੇ 10:30 ਵਜੇ ਦਾ ਟਾਈਮ ਦਿੱਤਾ ਸੀ, ਤੇ ਉਹ ਆਪਣੇ ਟਾਈਮ ਤੇ ਇੱਥੇ ਆ ਗਏ ਸੀ। ਉਹਨਾਂ ਨੇ ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ, ਅਸੀਂ ਨਜ਼ਰਬੰਦ ਕਰਤਾ, ਫਿਰ ਵੀ ਆਪਣੇ ਤੌਰ ਤੇ ਸਾਰਾ ਸਰਚ ਕਰਕੇ ਆਏ ਸੀ ਵੀ ਕਿਤੇ ਵੀ ਉਹ ਲੁਕ ਛਿਪ ਕੇ ਜਾਂ ਕੁਝ ਹੋਰ ਦਾ ਕਰ ਸਕਦੇ ਆ, ਜਦ ਕਿ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਸੁੱਖ ਸ਼ਾਂਤੀ ਨਾਲ ਨਿਬੜ ਗਿਆ। ਸੋ ਇਹ ਸੀ ਅੱਜ ਗੱਲਬਾਤ ਕੀਤੀ, ਕਿਉਂਕਿ ਸਵੇਰ ਦਾ ਸਮਾਂ ਜਦੋਂ ਚਰਚਾ ਛਿੜੀ ਸੀ, ਬੁਲਾਇਆ ਗਿਆ ਸੀਗਾ, ਕਾਲ ਦਿੱਤੀ ਗਈ ਸੀ ਲੁਧਿਆਣਾ ਵਿਖੇ ਕਿ ਇੰਦਰਾ ਗਾਂਧੀ ਦੇ ਨਾਂ ਦੀਆਂ ਟੀ-ਸ਼ਰਟਾਂ ਵੰਡੀਆਂ ਜਾਣ, ਤੇ ਉਸ ਤੋਂ ਬਾਅਦ ਕੀ ਹਾਲ ਹੁੰਦਾ। ਤੇ ਇਸ ਦੇ ਨਾਲ ਹੀ ਅਨਿਲ ਅਰੋੜਾ ਦਾ ਵਿਸ਼ਾ ਜਿਹੜਾ ਕਾਫੀ ਚਿਰ ਤੋਂ ਪੱਖਿਆ ਹੋਇਆ ਸੋਸ਼ਲ ਮੀਡੀਆ ਤੇ ਪੱਕਾ ਮੋਰਚਾ ਸਮਰਾਲਾ ਚੌਂਕ ਲੁਧਿਆਣਾ ਵਿਖੇ ਨਿਹੰਗ ਜਥੇਬੰਦੀਆਂ ਤੋਂ ਲਗਾਇਆ ਗਿਆ ਤੇ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੂੰ ਵੀ ਵਾਰਨਿੰਗ ਦੇ ਦਿੱਤੀ ਗਈ ਹੈ ਹੁਣ ਕਿ ਲਾਸਟ ਟਾਈਮ ਇਹ ਤੁਹਾਨੂੰ ਕਹਿ ਰਿਹਾ ਕਿ ਜੇਕਰ ਉਹਨੂੰ ਨਹੀਂ ਫੜਿਆ ਜਾਂਦਾ, ਸਾਡੇ ਹਵਾਲੇ ਨਹੀਂ ਕੀਤਾ ਜਾਂਦਾ, ਤਾਂ ਲੁਧਿਆਣਾ ਨੂੰ ਇਸ ਕਦਰ ਜਾਮ ਕੀਤਾ ਜਾਏਗਾ ਕਿ ਹਰ ਕੋਈ ਖੜ ਕੇ ਦੇਖੇਗਾ ਕਿ ਇੱਦਾਂ ਦਾ ਹਸ਼ਰ ਲੁਧਿਆਣਾ ਸ਼ਾਇਦ ਪਹਿਲੇ ਨਹੀਂ ਹੋਇਆ ਹੋਵੇਗਾ। ਸੋ ਇਹ ਸੀ ਅੱਜ ਦੀ ਰਿਪੋਰਟ। ਕੈਮਰਾਮੈਨ ਵਿੱਕੀ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਲੁਧਿਆਣਾ।